ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਲੈ ਕੇ ਮੈਂ ਬਰੁਣ ਕੌਰ ਮਾਨ ਹਾਜ਼ਰ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਅਮਰੀਕੀ ਵੀਜ਼ਾ ਲੈਣ ਵਾਲਿਆਂ ਵਿੱਚ ਸਭ ਤੋਂ ਅੱਗੇ ਭਾਰਤੀ ਸਾਲ 2022 ਦੇ ਵਿੱਚ 1,25,000 ਭਾਰਤੀ ਵਿਦਿਆਰਥੀਆਂ ਨੇ ਵੀਜ਼ਾ ਲਿਆ। ਅਮਰੀਕੀ ਸਰਕਾਰ ਵੱਲੋਂ ਗੈਰ ਕਾਨੂੰਨੀ ਤੌਰ ਤੇ ਆਉਣ ਵਾਲੇ ਨਾਗਰਿਕਾਂ ਤੇ ਹੋਈ ਹੋਰ ਵੀ ਸਖਤੀ। ਸਾਲ 2022 ਦੇ ਵਿੱਚ ਚੀਨ ਨੂੰ ਪਛਾੜ ਕੇ 72.6% ਭਾਰਤੀਆਂ ਨੇ ਹਾਸਲ ਕੀਤੇ H1B ਵੀਜ਼ਾ। ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ। ਵੱਡੀ ਗਿਣਤੀ ਵਿੱਚ ਭਾਰਤੀ ਨਿਊਜ਼ੀਲੈਂਡ ਦੇ 에ਅਰਪੋਰਟ ਤੋਂ ਹੀ ਮੋੜੇ ਜਾ ਰਹੇ। ਬ੍ਰਿਟੇਨ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਹਾਜ਼ਾਂ 'ਚ ਰੱਖਣ ਦੀ ਯੋਜਨਾ ਨੂੰ ਮਨਜ਼ੂਰੀ। ਪ੍ਰਵਾਸੀ ਕਾਮਿਆਂ ਲਈ ਚੰਗੀ ਖਬਰ, ਆਸਟ੍ਰੇਲੀਆਈ ਸਰਕਾਰ ਨੇ ਲਿਆ ਵੱਡਾ ਫੈਸਲਾ। ਹੁਣ ਬਿਨਾਂ ਵੀਜ਼ਾ ਦੇ ਕੈਨੇਡਾ ਵਿਜ਼ਿਟ ਕਰ ਸਕਣਗੇ 13 ਹੋਰਨਾਂ ਦੇਸ਼ਾਂ ਦੇ ਵਾਸੀ। ਅਮਰੀਕਾ ਭਾਰਤੀਆਂ ਨੂੰ ਵੀਜ਼ਾ ਲਈ 600 ਦਿਨਾਂ ਦੀ ਉਡੀਕ ਕਿਉਂ ਕਰਨੀ ਪੈ ਰਹੀ ਹੈ? ਵਾਈਡਨ ਮਾਮਲਾ ਛੇਤੀ ਹੱਲ ਕਰਨ ਅਮਰੀਕੀ ਸੰਸਦ ਮੈਂਬਰ। ਪਾਕਿਸਤਾਨ ਦੇ ਹਵਾਈ ਅੱਡਿਆਂ ਤੇ ਯਾਤਰੀਆਂ ਕੋਲੋਂ ਜਬਰੀ ਵਸੂਲੀ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਦੇਸ਼ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ਾਂ ਵਿੱਚ ਸੈਟਲ ਹੋਣ ਦੀ ਇੱਛਾ ਤੇਜ਼ੀ ਨਾਲ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਭਾਰਤੀ ਨੌਜਵਾਨ ਲੱਖਾਂ ਰੁਪਏ ਖਰਚ ਕੇ ਕੈਨੇਡਾ, ਆਸਟ੍ਰੇਲੀਆ, ਲੰਡਨ ਅਤੇ ਅਮਰੀਕਾ ਨੂੰ ਕਿਸੇ ਨਾ ਕਿਸੇ ਮੈਦਾਨ ਤੇ ਜਾ ਰਹੇ ਨੇ। ਇਹੀ ਕਾਰਨ ਹੈ ਕਿ ਸਾਲ 2022 ਵਿੱਚ ਕੁੱਲ 1,25,000 ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ। ਸਾਲ 2022 ਦੇ ਵਿੱਚ ਅਮਰੀਕਾ ਦੁਆਰਾ ਰਿਕਾਰਡ ਕੀਤੇ ਗਏ 1,25,000 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ ਸੀ। ਨਤੀਜੇ ਵਜੋਂ ਅਮਰੀਕਾ ਪਹੁੰਚਣ ਵਾਲੇ ਪ੍ਰਵਾਸੀਆਂ ਵਿੱਚੋਂ ਹਰ 5ਵਾਂ ਵਿਅਕਤੀ ਭਾਰਤੀ ਹੈ। ਇਹ ਸਪਸ਼ਟ ਹੈ ਕਿ ਭਾਰਤੀ ਨੌਜਵਾਨਾਂ ਦੇ ਵਿੱਚ ਵਿਦੇਸ਼ਾਂ ਵਿੱਚ ਸੈਟਲ ਹੋਣ ਦੇ ਕ੍ਰੇਜ਼ ਵਿੱਚ ਕੋਈ ਕਮੀ ਨਹੀਂ ਆਈ ਹੈ। ਇਹ ਕੇਵਲ ਉਹਨਾਂ ਭਾਰਤੀ ਨੌਜਵਾਨਾਂ ਦੀ ਗੱਲ ਹੈ ਜੋ ਸਾਲ 2022 ਵਿੱਚ ਇਕੱਲੇ ਅਮਰੀਕਾ ਪਹੁੰਚੇ, ਜਦਕਿ ਭਾਰਤੀ ਨੌਜਵਾਨ ਲਗਾਤਾਰ ਕੈਨੇਡਾ, ਆਸਟ੍ਰੇਲੀਆ, ਲੰਡਨ ਅਤੇ ਹੋਰ ਦੇਸ਼ਾਂ 'ਚ ਜਾ ਰਹੇ ਨੇ। ਵਿਦੇਸ਼ਾਂ ਵਿੱਚ ਸੈਟਲ ਹੋਣ ਦੀ ਲਾਲਸਾ ਕਾਰਨ ਕਈ ਭਾਰਤੀ ਨੌਜਵਾਨ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਨੇ। 700 ਦੇ ਕਰੀਬ ਭਾਰਤੀ ਵਿਦਿਆਰਥੀ ਜੋ ਹਾਲ ਹੀ ਵਿੱਚ ਕੈਨੇਡਾ ਗਏ, ਉਹਨਾਂ ਨੂੰ ਦੇਸ਼ ਨਿਕਾਲੇ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਉਸ ਤੇ ਸਟੱਡੀ ਵੀਜ਼ਾ ਦੇ ਸੰਬੰਧ ਵਿੱਚ ਰੱਖੇ ਗਏ ਦਸਤਾਵੇਜ਼ ਜਾਲੀ ਪਾਏ ਗਏ ਨੇ। ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਨਾ ਜਾਣ ਦੀ ਅਪੀਲ ਵੀ ਕੀਤੀ ਗਈ। ਰਾਜ ਸਰਕਾਰ ਦੇ ਅਨੁਸਾਰ ਇਹ ਪੰਜਾਬ ਦੇ ਵਿੱਚ ਹੀ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ। US ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਹਰ ਹਫ਼ਤੇ ਕੀਤੀਆਂ ਦਰਜਨਾਂ ਉਡਾਣਾਂ ਦੇ ਹਿੱਸੇ ਵਜੋਂ ਬਹੁਤ ਸਾਰੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਹੈ। ਇਸ ਦੇ ਲਈ ਵਿਸ਼ੇਸ਼ ਉਡਾਣਾਂ ਦਾ ਬੰਦੋਬਸਤ ਕੀਤਾ ਗਿਆ। ਡਿਪੋਰਟ ਹੋਏ ਨਾਗਰਿਕਾਂ ਦੇ ਵਿੱਚ ਅਲ ਸਲਵਾਡੋਰ, ਗੁਆਟੇਮਾਲਾ, ਹੈਤੀ ਅਤੇ ਹੌਂਡੂਰਸ ਸਮੇਤ ਕੁਝ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਆਪਣੇ ਦੇਸ਼ ਵਾਪਸ ਭੇਜਿਆ ਗਿਆ। ਅਮਰੀਕਾ ਦੇ ਮੌਜੂਦਾ ਕਾਨੂੰਨ ਦੇ ਅਨੁਸਾਰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਇਹ ਨੀਤੀ ਹੁਣ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ਤੇ ਲਾਗੂ ਹੋਣੀ ਸ਼ੁਰੂ ਹੋ ਗਈ ਹੈ। ਅਮਰੀਕਾ ਵਿੱਚ ਗੈਰ ਕਾਨੂੰਨੀ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ICE 에ਅਰ ਆਪਰੇਸ਼ਨਜ਼ ਅਤੇ ਹੋਰ ਵਿਭਾਗਾਂ ਵੱਲੋਂ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਸਾਲ 2022 ਦੇ ਵਿੱਚ ਐਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਜ਼ ਨੇ ਦੁਨੀਆ ਭਰ ਦੇ 150 ਤੋਂ ਵੱਧ ਦੇਸ਼ਾਂ 'ਚੋਂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੀਤਾ ਹੈ, ਜਿਨ੍ਹਾਂ ਦੀ ਗਿਣਤੀ 72,177 ਦੇ ਕਰੀਬ ਹੈ। ERO ਨਿਆਂ ਵਿਭਾਗ ਦੇ ਇਮੀਗ੍ਰੇਸ਼ਨ ਸਮੀਖਿਆ ਲਈ ਕਾਰਜਕਾਰੀ ਦਫ਼ਤਰ ਦੇ ਨਾਲ ਇਮੀਗ੍ਰੇਸ਼ਨ ਜੱਜਾਂ ਦੇ ਆਦੇਸ਼ਾਂ ਸਮੇਤ ਅਮਰੀਕਾ ਵਿੱਚ ਰਹਿਣ ਦੇ ਲਈ ਕਾਨੂੰਨੀ ਆਧਾਰ ਤੋਂ ਬਿਨਾਂ ਵਿਅਕਤੀਆਂ ਨੂੰ ਹਟਾਉਣ ਦਾ ਸੰਚਾਲਨ ਕਰਦਾ ਹੈ। ਹਟਾਉਣ ਦੀ ਕਾਰਵਾਈ ਦੇ ਵਿੱਚ ਰੱਖੇ ਗਏ ਗੈਰ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਇਮੀਗ੍ਰੇਸ਼ਨ ਜੱਜਾਂ ਤੋਂ ਉਹਨਾਂ ਦੀ ਬਣਦੀ ਪ੍ਰਕਿਰਿਆ ਪ੍ਰਾਪਤ ਹੁੰਦੀ ਹੈ, ਜੋ ਕਿ EOIR ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਨੇ। ਸੰਚਾਲਨ ਸੁਰੱਖਿਆ ਕਾਰਨਾਂ ਕਰਕੇ ICE ਭਵਿੱਖ ਜਾਂ ਲੰਬਿਤ ਆਵਾਜਾਈ ਕਾਰਜਾਂ ਦੀ ਪੁਸ਼ਟੀ ਜਾਂ ਚਰਚਾ ਨਹੀਂ ਕਰਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਸਰਕਾਰ ਵੱਲੋਂ ਹੁਣ ਬਾਰਡਰ ਤੇ ਕਾਫੀ ਸਖਤੀ ਦੇਖਣ ਨੂੰ ਮਿਲ ਰਹੀ ਹੈ, ਜਿਸ ਕਰਕੇ ਸਰਕਾਰਾਂ ਵੱਲੋਂ ਇਹ ਵਿਸ਼ੇਸ਼ ਕਦਮ ਉਠਾਏ ਗਏ ਨੇ। ਸੰਯੁਕਤ ਰਾਜ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਦੁਆਰਾ ਵਿੱਤੀ ਸਾਲ 2022 ਦੇ ਵਿੱਚ ਕੁੱਲ 4,41,000 H1B ਅਰਜ਼ੀਆਂ ਦੇ ਵਿੱਚੋਂ 3.20 ਲੱਖ ਜਾਂ 72.6% ਉਹਨਾਂ ਨੂੰ ਅਲਾਟ ਕੀਤੀਆਂ ਗਈਆਂ,
ਜੋ ਭਾਰਤੀ ਮੂਲ ਦੇ ਸੀ। ਸੂਚੀ ਵਿੱਚ ਚਾਈਨਾ ਦੂਜੇ ਨੰਬਰ ਤੇ ਹੈ। ਅਮਰੀਕਾ ਨੂੰ ਚੀਨੀ ਨਾਗਰਿਕਾਂ ਨੂੰ ਕੁੱਲ H1B ਵੀਜ਼ਾ ਅਰਜ਼ੀਆਂ ਦਾ 12.5% ਅਲਾਟ ਕੀਤਾ ਗਿਆ। USCIS ਨੇ ਪਿਛਲੇ ਵਿੱਤੀ ਸਾਲ ਦੇ ਵਿੱਚ 55,038 ਚੀਨੀ H1B ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ। ਸੂਚੀ ਵਿੱਚ ਤੀਜੇ ਨੰਬਰ ਤੇ ਅਮਰੀਕਾ ਦਾ ਗੁਆਂਢੀ ਕੈਨੇਡਾ ਹੈ, ਜਿਸ ਵਿੱਚ USCIS ਨੇ ਕੁੱਲ ਪ੍ਰਵਾਨਿਤ ਵੀਜ਼ਾ ਅਰਜ਼ੀਆਂ ਦਾ 1% ਆਪਣੇ ਗੁਆਂਢੀਆਂ ਨੂੰ ਅਲਾਟ ਕੀਤਾ ਹੈ। USCIS ਨੇ 4,235 ਕੈਨੇਡੀਅਨ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਵੀਜ਼ਾ ਪ੍ਰਵਾਨਗੀਆਂ ਦੇ ਵਿੱਚ ਸ਼ੁਰੂਆਤੀ ਰੁਜ਼ਗਾਰ ਦੇ ਨਾਲ-ਨਾਲ ਵੀਜ਼ਾ ਐਕਸਟੈਂਸ਼ਨ ਦੇ ਲਈ H1B ਵੀਜ਼ਾ ਵੀ ਸ਼ਾਮਲ ਹੈ। H1B ਵੀਜ਼ਾ ਵੱਧ ਤੋਂ ਵੱਧ 6 ਸਾਲਾਂ ਲਈ ਅਲਾਟ ਕੀਤਾ ਜਾ ਸਕਦਾ ਹੈ। ਜੇਕਰ ਲਾਭਪਾਤਰੀ ਗ੍ਰੀਨ ਕਾਰਡ ਲਈ ਟਰੈਕ ਤੇ ਹੈ ਤਾਂ ਉਸ ਨੂੰ ਸਮੇਂ-ਸਮੇਂ ਤੇ ਐਕਸਟੈਂਸ਼ਨਸ ਦੀ ਆਗਿਆ ਹੈ। USCIS ਦੇ ਦੁਆਰਾ ਜਾਰੀ ਕੀਤੀ ਗਈ ਰਿਪੋਰਟ H1B ਸਪੈਸ਼ਲਿਟੀ ਆਕੂਪੇਸ਼ਨ ਵਰਕਰਸ ਦੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ H1B ਐਪਲੀਕੇਸ਼ਨਸ ਦੀ ਗਿਣਤੀ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਵਿੱਤੀ ਸਾਲ 2022 ਦੇ ਵਿੱਚ 8.6% ਵੱਧ ਗਈ ਹੈ। ਪਿਛਲੇ ਵਿੱਤੀ ਸਾਲ ਵਿੱਚ 3,01,000 ਭਾਰਤੀਆਂ ਨੇ ਸਫਲਤਾਪੂਰਵਕ H1B ਵੀਜ਼ਾ ਹਾਸਲ ਕੀਤਾ, ਜੋ ਕਿ 2021 ਵਿੱਚ ਮਨਜ਼ੂਰ ਹੋਏ ਕੁੱਲ ਵੀਜ਼ਾਸ ਦਾ 74.1% ਸੀ। ਇਸ ਦੇ ਉਲਟ 50,328 ਚੀਨੀ ਜਿਹੜੇ ਨੇ ਉਹਨਾਂ ਨੇ H1B ਵੀਜ਼ਾ ਪ੍ਰਾਪਤ ਕੀਤਾ। ਸੰਖੇਪ ਰੂਪ ਦੇ ਵਿੱਚ ਪਿਛਲੇ ਸਾਲਾਂ ਵਿੱਚ ਭਾਰਤੀਆਂ ਨੇ USCIS ਦੇ ਦੁਆਰਾ ਜਾਰੀ ਕੀਤੇ ਗਏ H1B ਵੀਜ਼ਾ ਦੇ ਵਿੱਚੋਂ 70% ਤੋਂ ਵੱਧ ਪ੍ਰਾਪਤ ਕਰਨਾ ਜਾਰੀ ਰੱਖਿਆ ਗਿਆ। H1 ਵੀਜ਼ਾ ਇੱਕ ਪ੍ਰਸਿੱਧ ਵਰਕ ਵੀਜ਼ਾ ਹੈ, ਖਾਸ ਕਰਕੇ ਭਾਰਤੀ ਟੈਕਨੋਲੋਜੀ ਪੇਸ਼ੇਵਰਾਂ ਦੇ ਵਿੱਚ ਕੰਪਿਊਟਰ ਦੇ ਨਾਲ ਸੰਬੰਧਿਤ ਕਿੱਤਿਆਂ ਵਿੱਚ ਕਾਮਿਆਂ ਲਈ ਵਿੱਤੀ ਸਾਲ 2022 ਵਿੱਚ ਮਨਜ਼ੂਰਸ਼ੁਦਾ H1B ਅਰਜ਼ੀਆਂ ਦੀ ਕੁੱਲ ਸੰਖਿਆ 2,91,000 ਸੀ। ਕੁੱਲ ਪ੍ਰਵਾਨਿਤ ਅਰਜ਼ੀਆਂ 66% ਸੀ। ਪ੍ਰਵਾਨਿਤ ਪਟੀਸ਼ਨਾਂ ਵਾਲੇ ਲਾਭਪਾਤਰੀਆਂ ਦਾ ਔਸਤ ਮੁਆਵਜ਼ਾ ਵਿੱਤੀ ਸਾਲ 2021 ਵਿੱਚ $1,08,000 ਤੋਂ ਵਿੱਤੀ ਸਾਲ 2022 ਵਿੱਚ $1,18,000 ਹੋ ਗਿਆ, ਜਿਸ ਵਿੱਚ 9.3% ਦਾ ਵਾਧਾ ਹੋਇਆ। ਅਮਰੀਕਾ ਵਿੱਚ ਸ਼ੁਰੂਆਤੀ ਰੁਜ਼ਗਾਰ ਦੇ ਲਈ H1B ਵੀਜ਼ਾ ਅਰਜ਼ੀਆਂ ਦਾਇਰ ਕੀਤੀਆਂ ਜਾਂਦੀਆਂ ਨੇ। ਵਿੱਤੀ ਸਾਲ 2022 ਦੇ ਵਿੱਚ ਸ਼ੁਰੂਆਤੀ ਰੁਜ਼ਗਾਰ ਲਈ ਲਗਭਗ 1,32,000 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ, ਜਦੋਂ ਕਿ ਪਿਛਲੇ ਸਾਲ ਵਿੱਤੀ ਸਾਲ ਵਿੱਚ 1,23,000 ਸੀ। 2022 ਦੇ ਅਖੀਰ ਤੱਕ 2023 ਦੇ ਪਹਿਲੇ ਕੁਝ ਮਹੀਨਿਆਂ 'ਚ ਛਾਂਟੀ ਦੀ ਇੱਕ ਲੜੀ ਦੇਖੀ ਗਈ ਹੈ, ਜੋ ਅਗਲੇ ਸਾਲ ਦੀ ਰਿਪੋਰਟ ਦੇ ਵਿੱਚ ਪ੍ਰਤੀਬਿੰਬਤ ਹੋਏਗੀ। ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਕਿ H1B ਵੀਜ਼ਾ ਅਲਾਟਮੈਂਟ ਦੇ ਲਈ 85,000 ਦਾ ਸਾਲਾਨਾ ਕੋਟਾ ਹੈ, ਉੱਥੇ ਕੁਝ ਸ਼੍ਰੇਣੀਆਂ ਜਿਵੇਂ ਕਿ ਉੱਚ ਸਿੱਖਿਆ ਨਾਲ ਜੁੜੇ ਰੁਜ਼ਗਾਰਦਾਤਾਵਾਂ ਨੂੰ ਕੈਪ ਤੋਂ ਛੋਟ ਦਿੱਤੀ ਗਈ ਹੈ। ਨਤੀਜੇ ਵਜੋਂ ਨਵੀਆਂ ਨੌਕਰੀਆਂ ਲਈ H1B ਵੀਜ਼ਾ ਦੀ ਮਨਜ਼ੂਰੀ ਦਾ ਅੰਕੜਾ ਉੱਚਾ ਹੈ। 4,41,000 ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਲੋਕਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣੇ ਰਹੇ ਜਿਨ੍ਹਾਂ ਨੇ ਸਫਲਤਾਪੂਰਵਕ F1 ਤੇ H1B ਵੀਜ਼ਾ ਵਿੱਚ ਤਬਦੀਲੀ ਕੀਤੀ। ਕੈਨੇਡਾ 'ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਪਿਛਲੇ ਦਿਨੀ ਵੱਡੀ ਰਾਹਤ ਮਿਲੀ। ਕੈਨੇਡੀਅਨ ਇਮੀਗ੍ਰੇਸ਼ਨ ਸਟੈਂਡਿੰਗ ਕਮੇਟੀ ਨੇ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਕੱਲ ਵੱਡੀ ਰਾਹਤ ਦਿੰਦਿਆਂ ਡਿਪੋਰਟੇਸ਼ਨ ਰੋਕਣ ਬਾਰੇ ਮਤਾ ਪਾਸ ਕਰ ਦਿੱਤਾ। ਕੈਨੇਡੀਅਨ ਇਮੀਗ੍ਰੇਸ਼ਨ ਸਟੈਂਡਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਇਸ ਮਤੇ ਨਾਲ ਵਿਦਿਆਰਥੀਆਂ ਨੂੰ ਆਸ ਬੱਝ ਗਈ ਕਿ ਉਹਨਾਂ ਦਾ ਪੱਖ ਵੀ ਸੁਣਿਆ ਜਾਏਗਾ। ਜ਼ਿਕਰਯੋਗ ਹੈ ਕਿ ਫਰਜ਼ੀ ਦਾਖਲਾ ਪੱਤਰ ਕਾਰਨ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਪਿਛਲੇ ਦਿਨੀ ਕਿਹਾ ਸੀ ਕਿ ਉਹ ਹਰੇਕ ਕੇਸ ਦਾ ਮੁਲਾਂਕਣ ਕਰਨਗੇ ਅਤੇ ਧੋਖਾਧੜੀ ਦੇ ਪੀੜਤਾਂ ਨੂੰ ਆਪਣੀ ਸਥਿਤੀ ਬਾਰੇ ਦੱਸਣ ਅਤੇ ਆਪਣੇ ਕੇਸ ਦੇ ਸਮਰਥਨ ਦੇ ਲਈ ਸਬੂਤ ਪੇਸ਼ ਕਰਨ ਦਾ ਮੌਕਾ ਮਿਲੇਗਾ। ਕੈਨੇਡੀਅਨ ਪਾਰਲੀਮੈਂਟਰੀ ਕਮੇਟੀ ਨੇ ਸਰਬਸੰਮਤੀ ਨਾਲ ਵੋਟ ਕਰਕੇ ਬਾਰਡਰ ਸਰਵਿਸ ਏਜੰਸੀ ਨੂੰ ਇਹ ਅਪੀਲ ਕੀਤੀ ਹੈ ਕਿ ਲਗਭਗ 700 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਉੱਤੇ ਰੋਕ ਲਾ ਦਿੱਤੀ ਜਾਏ। ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਵਿੱਚ ਜਾਲੀ ਕਾਲਜ ਐਡਮਿਸ਼ਨ ਲੈਟਰ ਦੇ ਕੇ ਠੱਗਿਆ ਗਿਆ। ਇਸ ਸਾਰੀ ਜਾਲਸਾਜ਼ੀ ਪਿੱਛੇ ਠੱਗ ਐਜੂਕੇਸ਼ਨ ਕੰਸਲਟੈਂਟਸ ਦਾ ਹੱਥ ਦੱਸਿਆ ਜਾ ਰਿਹਾ। ਕੈਨੇਡਾ ਦੇ ਅਧਿਕਾਰੀਆਂ ਦੇ ਵੱਲੋਂ ਇਨ੍ਹਾਂ ਭਾਰਤੀ ਵਿਦਿਆਰਥੀਆਂ ਜਿਨ੍ਹਾਂ ਦੇ ਵਿੱਚੋਂ ਬਹੁਤੇ ਪੰਜਾਬੀ ਹਨ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਲਈ ਜਾਰੀ ਕੀਤੇ ਗਏ ਐਡਮਿਸ਼ਨ ਆਫਰ ਲੈਟਰਸ ਜਾਲੀ ਪਾਏ ਜਾਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਉੱਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਸੀ। ਇਹ ਮਾਮਲਾ ਮਾਰਚ ਵਿੱਚ ਉਦੋਂ ਸਾਹਮਣੇ ਆਇਆ ਜਦੋਂ ਇਨ੍ਹਾਂ ਵਿਦਿਆਰਥੀਆਂ ਵੱਲੋਂ ਕੈਨੇਡਾ ਵਿੱਚ ਪਰਮਨੈਂਟ ਰੈਜ਼ੀਡੈਂਸੀ ਲਈ ਅਪਲਾਈ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਕੈਨੇਡੀਅਨ ਪਾਰਲੀਮੈਂਟਰੀ ਕਮੇਟੀ ਵੱਲੋਂ CBSA ਨੂੰ ਇਨ੍ਹਾਂ 700 ਦੇ ਨੇੜੇ-ਤੇੜੇ ਵਿਦਿਆਰਥੀਆਂ ਨੂੰ ਮਾਨਵਤਾ ਦੇ ਆਧਾਰ ਉੱਤੇ ਕੈਨੇਡਾ ਵਿੱਚ ਪਰਮਨੈਂਟ ਰੈਜ਼ੀਡੈਂਸ ਹਾਸਲ ਕਰਨ ਦਾ ਰਾਹ ਦਰਸਾਉਣ ਜਾਂ ਰੈਗੂਲਾਈਜੇਸ਼ਨ ਪ੍ਰੋਗਰਾਮ ਰਾਹੀਂ ਇਹਨਾਂ ਨੂੰ ਇੱਥੇ ਪੱਕੇ ਕਰਨ ਦਾ ਹੱਲ ਸੁਝਾਉਣ ਦੇ ਲਈ ਵੀ ਆਖਿਆ ਗਿਆ। ਇਸ ਮਤੇ ਨੂੰ ਪੇਸ਼ ਕਰਨ ਵਾਲੀ NDP ਦੀ MP ਜੈਨੀ ਨੇ ਆਖਿਆ ਕਿ ਇਹ ਵਿਦਿਆਰਥੀ
ਧੋਖਾਧੜੀ ਦਾ ਸ਼ਿਕਾਰ ਹੋਏ ਨੇ ਤੇ ਇਸ ਦੇ ਲਈ ਇਹਨਾਂ ਨੂੰ ਜੁਰਮਾਨਾ ਕਰਨਾ ਜਾਂ ਸਜ਼ਾ ਦੇਣੀ ਸਹੀ ਫੈਸਲਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਨਾ ਵਿਦਿਆਰਥੀਆਂ ਦੇ ਵਿੱਚੋਂ ਉਹਨਾਂ ਵੱਲੋਂ ਕਈਆਂ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਦੀ ਹਾਲਤ ਕਾਫੀ ਖਰਾਬ ਹੈ। ਉਹਨਾਂ ਕੋਲ ਹੁਣ ਪੈਸੇ ਨਹੀਂ ਨੇ ਤੇ ਉਹ ਕਸੂਤੀ ਸਥਿਤੀ ਵਿੱਚ ਫਸੇ ਨੇ। ਕਈਆਂ ਕੋਲ ਡਿਪੋਰਟੇਸ਼ਨ ਦੇ ਆਰਡਰ ਨੇ ਤੇ ਕਈਆਂ ਦੀ CBSE ਨਾਲ ਮੀਟਿੰਗ ਪੈਂਡਿੰਗ ਹੈ। ਇਸ ਦੌਰਾਨ ਲਿਬਰਲ MP ਸ਼ਫਕਤ ਅਲੀ ਨੇ ਆਖਿਆ ਕਿ ਸਾਨੂੰ ਇਹਨਾਂ ਵਿਦਿਆਰਥੀਆਂ ਦੇ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਤੇ ਸਾਨੂੰ ਸਥਿਤੀ ਨੂੰ ਹੋਰ ਵਿਗਾੜਨਾ ਨਹੀਂ ਚਾਹੀਦਾ ਤੇ ਨਾ ਹੀ ਆਪਣੀਆਂ ਸਿਆਸੀ ਰੋਟੀਆਂ ਇਸ ਉੱਤੇ ਸੇਕਣੀਆਂ ਚਾਹੀਦੀਆਂ ਨੇ। ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਆਖਿਆ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਲੰਘ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਅਸੀਂ ਤੇਜ਼ੀ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਇੱਕ ਵੱਖਰੇ ਟਵੀਟ ਵਿੱਚ ਆਖਿਆ ਕਿ ਕੈਨੇਡਾ ਵਿੱਚ ਪੜ੍ਹਨ ਦੀ ਆਸ ਦੇ ਨਾਲ ਆਏ ਵਿਦਿਆਰਥੀਆਂ ਦਾ ਲਾਹਾ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਨੂੰ ਅਜਿਹੇ ਫਰਾਡ ਦੇ ਨਤੀਜੇ ਭੁਗਤਣੇ ਪੈਣਗੇ। ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਮਾਸੂਮ ਵਿਦਿਆਰਥੀਆਂ ਜਿਨ੍ਹਾਂ ਉੱਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਦੇ ਮਾਮਲੇ ਪੂਰੇ ਧਿਆਨ ਦੇ ਨਾਲ ਤੇ ਸੰਭਲ ਕੇ ਵਿਚਾਰੇ ਜਾਣਗੇ। ਇਸ ਉੱਤੇ ਨਵੀਂ ਦਿੱਲੀ ਤੋਂ ਭਾਰਤ ਦੇ ਵਿਦੇਸ਼ ਮੰਤਰੀ S ਜੈਸ਼ੰਕਰ ਨੇ ਆਖਿਆ ਕਿ ਭਾਰਤ ਵੱਲੋਂ ਵੀ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਮੁੱਦਾ ਵਿਚਾਰਿਆ ਜਾ ਰਿਹਾ ਹੈ। ਜੇ ਵਿਦਿਆਰਥੀਆਂ ਨੂੰ ਜਾਲਸਾਜ਼ ਲੋਕਾਂ ਵੱਲੋਂ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਾਰਵਾਈ ਕਰਨੀ ਬਣਦੀ ਹੈ। ਇਸ ਪਿੱਛੇ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਗਲਤ ਹੈ। ਉਹਨਾਂ ਨੇ ਕਿਹਾ ਕਿ ਇਸ ਬਾਬਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਹਾਊਸ ਆਫ ਕਾਮਨਸ ਦੇ ਵਿੱਚ ਬਿਆਨ ਦਿੱਤਾ ਗਿਆ। ਅਸੀਂ ਵੀ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਸਮੁੱਚੇ ਮਾਮਲੇ ਉੱਤੇ ਰਾਬਤਾ ਰੱਖ ਰਹੇ ਹਾਂ। ਟਰੂਡੋ ਨੇ ਤਾਂ ਭਰੋਸਾ ਦਿਵਾਇਆ ਹੈ ਕਿ ਜਾਲਸਾਜ਼ੀ ਦੇ ਸ਼ਿਕਾਰ ਵਿਦਿਆਰਥੀਆਂ ਦੀ ਸਾਰੀ ਗੱਲ ਸੁਣੀ ਜਾਏਗੀ ਤੇ ਆਪਣੇ ਕੇਸ ਦੇ ਪੱਖ ਵਿੱਚ ਉਹਨਾਂ ਨੂੰ ਸਬੂਤ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਏਗਾ। ਕੋਰੋਨਾ ਮਹਾਮਾਰੀ ਕਾਰਨ ਦੇਸ਼ ਦੀ ਸੁਸਤ ਪਈ ਅਰਥ ਵਿਵਸਥਾ ਵਿੱਚ ਜਾਨ ਫੂਕਣ ਅਤੇ ਕਰਮਚਾਰੀਆਂ ਦੀ ਭਾਰੀ ਕਮੀ ਨੂੰ ਪੂਰਾ ਕਰਨ ਦੇ ਲਈ ਨਿਊਜ਼ੀਲੈਂਡ ਸਰਕਾਰ ਵੱਲੋਂ ਵਿਜ਼ਿਟਰ ਅਤੇ ਐਕਸਰੇਟਡ ਵਰਕ ਵੀਜ਼ਾ ਮੁੜ ਖੋਲ੍ਹਿਆ ਗਿਆ, ਜਿਸ ਦਾ ਲਾਭ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਉਠਾ ਰਹੇ ਨੇ। ਇਹਨਾਂ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਨੇ, ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਹੈਰਾਨ ਕਰ ਦੇਣ ਵਾਲੇ ਅੰਕੜਿਆਂ ਦੇ ਮੁਤਾਬਕ ਜੋ ਅਰਜ਼ੀਦਾਤਾ ਫਰਜ਼ੀ ਦਸਤਾਵੇਜ਼ ਦੇ ਸਹਾਰੇ ਵੀਜ਼ਾ ਲੈਣ ਲਈ ਅਰਜ਼ੀ ਭਰਦੇ ਨੇ, ਉਹਨਾਂ ਵਿੱਚੋਂ ਸਭ ਤੋਂ ਵੱਧ ਗਿਣਤੀ ਵਿੱਚ ਭਾਰਤੀ ਨਾਗਰਿਕ ਸ਼ਾਮਲ ਨੇ। ਕਈ ਨੌਸਰਬਾਜ਼ ਵੱਖ-ਵੱਖ ਤਰੀਕਿਆਂ ਦੇ ਨਾਲ ਦੇਸ਼ ਵਿੱਚ ਦਾਖਲ ਹੋਣ ਦੇ ਜੁਗਾੜ 'ਚ ਲੱਗੇ ਨੇ, ਪਰ ਇਮੀਗ੍ਰੇਸ਼ਨ ਡਿਪਾਰਟਮੈਂਟ ਇਹਨਾਂ ਤੋਂ 2 ਕਦਮ ਅੱਗੇ ਚੱਲਦੇ ਹੋਏ ਆਪਣੇ 에ਅਰਪੋਰਟ ਤੇ ਸਖਤ ਨਜ਼ਰ ਰੱਖਦੇ ਹੋਏ ਪਹਿਲੀ ਵਾਰ ਦੇਸ਼ ਵਿੱਚ ਦਾਖਲ ਹੋਣ ਵਾਲੇ ਲਗਭਗ ਸਾਰੇ ਯਾਤਰੀਆਂ ਕੋਲੋਂ ਪੁੱਛਗਿੱਛ ਕਰ ਰਿਹਾ। ਸਰਕਾਰ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ ਇੱਕ ਹਫ਼ਤੇ ਦੇ ਵਿੱਚ 1 ਦਰਜਨ ਤੋਂ ਵੀ ਵੱਧ ਅਤੇ ਬੀਤੇ 9 ਮਹੀਨਿਆਂ ਵਿੱਚ ਕੁੱਲ 178 ਭਾਰਤੀਆਂ ਨੂੰ 에ਅਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ। ਉਹਨਾਂ ਕੋਲ ਵੀਜ਼ਾ ਹੋਣ ਦੇ ਬਾਵਜੂਦ ਬੇਰੰਗ ਮੁੜਨਾ ਪਿਆ ਕਿਉਂਕਿ ਇਹ ਲੋਕ 에ਅਰਪੋਰਟ ਤੇ ਤਾਇਨਾਤ ਬਾਰਡਰ ਸਿਕਿਉਰਿਟੀ ਆਫੀਸਰ ਵੱਲੋਂ ਦਾਗੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਵਿੱਚ ਅਸਫਲ ਰਹੇ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀ ਖੂਬ ਚਰਚਾ ਹੋ ਰਹੀ ਹੈ ਕਿ ਕਿਵੇਂ ਭਾਰਤ ਵਿੱਚ ਕੁਝ ਨਟਵਰ ਲਾਲ ਇਮੀਗ੍ਰੇਸ਼ਨ ਏਜੰਟ ਨਿਊਜ਼ੀਲੈਂਡ ਦਾ ਵਰਕ ਪਰਮਿਟ ਲਗਵਾਉਣ ਦੇ ਨਾਮ ਤੇ ਲੋਕਾਂ ਕੋਲੋਂ ਲੱਖਾਂ ਰੁਪਏ ਠੱਗ ਰਹੇ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਦੇ ਤੱਟਾਂ ਤੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਕਿਸ਼ਤੀਆਂ ਨੂੰ ਰੋਕਣ ਦੀ ਉਹਨਾਂ ਦੀ ਯੋਜਨਾ ਕੰਮ ਕਰ ਰਹੀ ਹੈ ਅਤੇ ਉਹਨਾਂ ਨੇ ਕਰਦਾਤਿਆਂ ਦੇ ਪੈਸਿਆਂ ਨਾਲ ਚੱਲ ਰਹੇ ਹੋਟਲਾਂ ਦੇ ਦਬਾਅ ਘੱਟ ਕਰਨ ਦੇ ਟੀਚੇ ਨਾਲ ਅਜਿਹੇ ਪ੍ਰਵਾਸੀਆਂ ਨੂੰ ਜਹਾਜ਼ਾਂ ਤੇ ਹੀ ਰੱਖਣ ਦਾ ਐਲਾਨ ਕੀਤਾ ਹੈ। ਕੇਂਦਰ ਦੇ ਤੱਟਵਰਤੀ ਕਸਬੇ ਡੋਵਰ 'ਚ ਸੁਨਕ ਨੇ ਕਿਹਾ ਕਿ ਅਜਿਹਾ ਇੱਕ ਜਹਾਜ਼ ਇਸ ਮਹੀਨੇ ਦੇ ਅੰਤ ਤੱਕ ਤਿਆਰ ਹੋ ਜਾਏਗਾ ਤੇ 2 ਹੋਰ ਜਹਾਜ਼ ਉਸ ਤੋਂ ਬਾਅਦ ਤਿਆਰ ਕੀਤੇ ਜਾਣਗੇ। ਇਹਨਾਂ 'ਚ ਹੋਰ 1000 ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਉਹਨਾਂ ਨੇ ਉਭਾਰਿਆ ਕਿ ਗੈਰ ਕਾਨੂੰਨੀ ਪ੍ਰਵਾਸੀ ਬਿੱਲ ਜਾਂ ਸਟਾਪ ਦਾ ਬੋਟਸ ਬਿੱਲ ਨੂੰ ਹਾਊਸ ਆਫ ਕਾਮਨਸ ਨੇ ਪਾਸ ਕਰ ਦਿੱਤਾ ਹੈ ਅਤੇ ਹੁਣ ਉਹਨਾਂ ਦੀ ਸਰਕਾਰ ਨੂੰ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਹਿਰਾਸਤ 'ਚ ਲੈਣ ਅਤੇ ਉਹਨਾਂ ਨੂੰ ਵਾਪਸ ਭੇਜਣ ਦਾ ਅਧਿਕਾਰ ਮਿਲ ਜਾਏਗਾ। ਪਹਿਲਾ ਜਹਾਜ਼ ਅਗਲੇ ਪੰਦਰਵਾੜੇ ਪੋਰਟਲੈਂਡ ਪਹੁੰਚੇਗਾ। ਆਸਟ੍ਰੇਲੀਆ ਦੀ ਸਰਕਾਰ ਨੇ ਪ੍ਰਵਾਸੀ ਕਾਮਿਆਂ ਦੇ ਹਿੱਤ ਵਿੱਚ ਵੱਡਾ ਫੈਸਲਾ ਲਿਆ ਹੈ। ਅਸਲ ਵਿੱਚ ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਅਸਥਾਈ ਵੀਜ਼ਾ ਧਾਰਕਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੇ ਲਈ ਕਾਰਵਾਈ ਕਰਨ ਦਾ ਐਲਾਨ ਕੀਤਾ, ਜਿਸ ਦੇ ਤਹਿਤ ਨਵੇਂ ਸੰਘੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮਾਲਕਾਂ ਨੂੰ ਅਪਰਾਧਿਕ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮੁਤਾਬਕ ਥਿੰਕ ਟੈਂਕ ਗ੍ਰੈਟਨ ਇੰਸਟੀਚਿਊਟ ਦੁਆਰਾ ਮਈ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਹਾਲ ਵਿੱਚ ਆਸਟ੍ਰੇਲੀਆ 'ਚ ਆਏ 6 ਪ੍ਰਵਾਸੀਆਂ 'ਚੋਂ ਇੱਕ ਨੂੰ ਘੱਟੋ-ਘੱਟ ਉਜਰਤ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ। ਹਫ਼ਤਿਆਂ ਦੇ ਅੰਦਰ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਬਦਲਾਅ ਦੇ ਤਹਿਤ ਕਿਸੇ ਨੂੰ ਵੀਜ਼ਾ ਸ਼ਰਤ ਦੀ ਉਲੰਘਣਾ ਕਰਨ ਲਈ
ਮਜਬੂਰ ਕਰਨਾ ਇੱਕ ਅਪਰਾਧਿਕ ਅਪਰਾਧ ਹੋਏਗਾ। ਜਿਹੜੇ ਰੁਜ਼ਗਾਰਦਾਤਾ ਪ੍ਰਵਾਸੀਆਂ ਦਾ ਸ਼ੋਸ਼ਣ ਕਰਦੇ ਪਾਏ ਜਾਣਗੇ ਉਹਨਾਂ ਨੂੰ ਅਸਥਾਈ ਵੀਜ਼ਾ ਤੇ ਹੋਰ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੀ ਮਨਾਹੀ ਹੋਏਗੀ। ਇਮੀਗ੍ਰੇਸ਼ਨ ਮੰਤਰੀ ਐਂਡਰਿਊ ਨੇ ਮੌਜੂਦਾ ਸਥਿਤੀ ਨੂੰ ਸ਼ੋਸ਼ਣ ਦਾ ਸੰਕਟ ਦੱਸਿਆ। ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਪ੍ਰਵਾਸੀ ਮਜ਼ਦੂਰਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਤਾਂ ਇਹ ਸਾਨੂੰ ਸਾਰਿਆਂ ਨੂੰ ਦੁਖੀ ਕਰਦਾ ਹੈ। ਕੈਨੇਡਾ ਉਹਨਾਂ ਦੇਸ਼ਾਂ ਦੀ ਲਿਸਟ ਵਿੱਚ ਵਾਧਾ ਕਰਨ ਜਾ ਰਿਹਾ ਜਿੱਥੋਂ ਦੇ ਵਾਸੀ ਬਿਨਾਂ ਟਰੈਵਲ ਵੀਜ਼ਾ ਦੇ ਇੱਥੇ ਵਿਜ਼ਿਟ ਕਰਨ ਦੇ ਯੋਗ ਹੋਣਗੇ। ਇਮੀਗ੍ਰੇਸ਼ਨ ਰਿਫਿਊਜ਼ਸ ਤੇ ਸਿਟੀਜ਼ਨਸ਼ਿਪ ਮੰਤਰੀ ਫਰੇਜ਼ਰ ਨੇ ਆਖਿਆ ਕਿ ਐਂਟੀਗੁਆ and Barbuda, Argentina, Costa Rica, Morocco, Panama, Philippines, Saint Kitts and Nevis, Saint Lucia, Saint Vincent and the Grenadines, Seychelles, Thailand, Trinidad and Tobago, Uruguay ਜਿਹੇ ਦੇਸ਼ ਨੇ ਜਿੱਥੋਂ ਦੇ ਵਾਸੀ ਵੀਜ਼ਾ ਤੋਂ ਬਿਨਾਂ 6 ਮਹੀਨੇ ਤੱਕ ਕੈਨੇਡਾ ਵਿਜ਼ਿਟ ਕਰ ਸਕਦੇ ਨੇ। ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਫਰੇਜ਼ਰ ਨੇ ਆਖਿਆ ਕਿ ਹੁਣ ਦੁਨੀਆ ਭਰ ਦੇ ਕਈ ਹੋਰਨਾਂ ਦੇਸ਼ਾਂ ਤੋਂ ਲੋਕ ਕਦੇ ਨਾ ਭੁੱਲਣ ਵਾਲੇ ਐਡਵੈਂਚਰ ਦਾ ਆਨੰਦ ਲੈ ਸਕਣਗੇ। ਸਾਡੇ ਦੇਸ਼ ਦੇ ਖੂਬਸੂਰਤ ਨਜ਼ਾਰਿਆਂ ਨੂੰ ਵੇਖ ਸਕਣਗੇ, ਪਰਿਵਾਰ ਤੇ ਦੋਸਤਾਂ ਮਿੱਤਰਾਂ ਨੂੰ ਮਿਲ ਸਕਣਗੇ ਤੇ ਸਾਡੇ ਸੱਭਿਆਚਾਰ ਤੋਂ ਜਾਣੂ ਹੋ ਸਕਣਗੇ। ਫਰੇਜ਼ਰ ਨੇ ਆਖਿਆ ਕਿ ਇਸ ਫੈਸਲੇ ਨਾਲ ਨਾ ਕੇਵਲ ਟਰੈਵਲਰਸ ਨੂੰ ਸਹੂਲਤ ਹੋਏਗੀ ਸਗੋਂ ਟਰੈਵਲ, ਟੂਰਿਜ਼ਮ ਤੇ ਆਰਥਿਕ ਫਾਇਦੇ ਦੇ ਨਾਲ 13 ਦੇਸ਼ਾਂ ਨਾਲ ਸੰਬੰਧ ਹੋਰ ਮਜ਼ਬੂਤ ਹੋਣਗੇ। ਇਹਨਾਂ 13 ਦੇਸ਼ਾਂ ਨੂੰ ਉਹਨਾਂ 50 ਹੋਰਨਾਂ ਥਾਵਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਜਿੱਥੋਂ ਦੇ ਵਾਸੀਆਂ ਨੂੰ ਵੀਜ਼ਾ ਤੋਂ ਛੋਟ ਹੈ ਤੇ ਜਿੱਥੋਂ ਦੇ ਵਾਸੀ ਇਲੈਕਟ੍ਰੋਨਿਕ ਟਰੈਵਲ ਅਥੋਰਾਈਜ਼ੇਸ਼ਨ ਦੇ ਯੋਗ ਨੇ। ਇਹਨਾਂ ਵਿੱਚ ਉਹ ਲੋਕ ਸ਼ਾਮਲ ਨੇ ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਜਾਂ ਤਾਂ ਕੈਨੇਡਾ ਦਾ ਵੀਜ਼ਾ ਲਿਆ ਹੋਏਗਾ ਤੇ ਜਾਂ ਫਿਰ ਉਹਨਾਂ ਕੋਲ ਅਮਰੀਕਾ ਦਾ ਯੋਗ ਨਾਨ ਇਮੀਗ੍ਰੈਂਟ ਵੀਜ਼ਾ ਹੋਏ। ਇਸ ਫੈਸਲੇ ਨਾਲ ਕੈਨੇਡਾ ਦੇ ਵੀਜ਼ਾ ਲਈ ਅਪਲਾਈ ਕਰ ਚੁੱਕੇ ਹਜ਼ਾਰਾਂ ਬਿਨੇਕਾਰਾਂ ਨੂੰ ਰਾਹਤ ਮਿਲੇਗੀ ਤੇ ਉਹ ਆਪਣੀਆਂ ਵੀਜ਼ਾ ਸੰਬੰਧੀ ਅਰਜ਼ੀਆਂ ਵਾਪਸ ਲੈ ਸਕਣਗੇ ਤੇ ਸਿਸਟਮ ਤੋਂ ਬੋਝ ਘਟੇਗਾ। ਇਸ ਦੌਰਾਨ ਵਿਦੇਸ਼ ਮੰਤਰੀ ਮਿਲੇਨੀ ਨੇ ਆਖਿਆ ਕਿ ਇਸ ਸੂਚੀ ਦੇ ਵਿੱਚ 13 ਦੇਸ਼ਾਂ ਖਾਸ ਤੌਰ ਉਤੇ ਫਿਲੀਪੀਨਜ਼ ਨੂੰ ਸ਼ਾਮਲ ਕਰਨਾ ਫੈਡਰਲ ਸਰਕਾਰ ਦੀ ਇੰਡੋ ਪੈਸੀਫਿਕ ਰਣਨੀਤੀ ਦਾ ਹਿੱਸਾ ਹੈ। ਭਾਰਤ ਨੂੰ ਮਹੱਤਵਪੂਰਨ ਭਾਈਵਾਲ ਦੱਸਦੇ ਹੋਏ ਅਮਰੀਕਾ ਦੇ ਰਸੂਖਦਾਰ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿੱਚ ਵੀਜ਼ਾ ਉਡੀਕ ਸਮੇਂ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ। ਸੈਨੇਟ ਦੀ ਵਿਦੇਸ਼ ਸੰਬੰਧੀ ਕਮੇਟੀ ਨੇ ਚੇਅਰਮੈਨ ਕਾਂਗਰਸਮੈਨ ਬੌਬ ਅਤੇ ਹਾਊਸ ਇੰਡੀਆ ਕਾਕਸ ਦੇ ਸਹਿ ਚੇਅਰਮੈਨ ਮਾਈਕਲ ਨੇ ਕੌਂਸਲਰ ਮਾਮਲਿਆਂ ਦੇ ਬਜਟ ਤੇ 2 ਵੱਖ-ਵੱਖ ਸੰਸਦੀ ਸੁਣਵਾਈਆਂ ਦੌਰਾਨ ਵਿਦੇਸ਼ ਨੀਤੀ ਤੇ ਚਰਚਾ ਕੀਤੀ। ਉਹਨਾਂ ਨੇ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੂੰ ਪੁੱਛਿਆ ਕਿ ਭਾਰਤ ਵਿੱਚ ਵੀਜ਼ਾ ਲਈ ਲੋਕਾਂ ਨੂੰ 600 ਦਿਨਾਂ ਤੱਕ ਇੰਤਜ਼ਾਰ ਕਿਉਂ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਹਵਾਬਾਜ਼ੀ ਬਾਡੀ ਦੇ ਮੁਖੀ ਨੇ ਕਸਟਮ ਡਿਊਟੀ ਅਤੇ ਸੁਰੱਖਿਆ ਅਧਿਕਾਰੀਆਂ ਤੇ ਦੇਸ਼ ਦੇ ਹਵਾਈ ਅੱਡਿਆਂ ਤੇ ਜਬਰੀ ਵਸੂਲੀ ਕਰਨ ਦੇ ਲਈ ਯਾਤਰੀਆਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਜਨਰਲ ਡਾਇਰੈਕਟਰ ਖਾਕਾਨ ਮੁਰਤਜ਼ਾ ਨੇ ਸੰਸਦ ਭਵਨ ਵਿੱਚ ਹਵਾਬਾਜ਼ੀ ਬਾਡੀ ਤੇ ਸੈਨੇਟ ਦੀ ਸਥਾਈ ਕਮੇਟੀ ਦੀ ਬੈਠਕ ਵਿੱਚ ਦੋਸ਼ ਲਾਏ। ਮੁਰਤਜ਼ਾ ਨੇ ਦੋਸ਼ ਲਗਾਇਆ ਕਿ ਕਸਟਮ ਡਿਊਟੀ, ਹਵਾਈ ਅੱਡਾ ਸੁਰੱਖਿਆ ਫੋਰਸ ਅਤੇ ਨਾਰਕੋਟਿਕਸ ਰੋਕੂ ਫੋਰਸ ਦੇ ਅਧਿਕਾਰੀ ਯਾਤਰੀਆਂ ਨੂੰ ਪਰੇਸ਼ਾਨ ਕਰਕੇ ਉਹਨਾਂ ਕੋਲੋਂ ਪੈਸੇ ਵਸੂਲ ਰਹੇ ਨੇ। ਇਸ ਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ। ਫਿਲਹਾਲ ਪਰਨ ਕੌਰ ਮਾਨ ਨੂੰ ਦਿਓ ਆਗਿਆ। ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।